ਜਿਹੜਾ ਕਿ ਖੁਦਾ ਨੇ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਸੰਭਾਲ ਕੇ ਰੱਖਿਆ, ਹਰ ਤਰ੍ਹਾਂ ਸਾਡੀ ਮਦਦ ਸਹਾਇਤਾ ਕੀਤੀ, ਹਰ ਖਾਬੋ ਖਤਰੇ ਤੋਂ ਬਚਾ ਕੇ ਰੱਖਿਆ। ਇਸ ਅਨੁਗ੍ਰਹਿ ਦੇ ਲਈ, ਇਸ ਵੱਡੇ ਫਜ਼ਲ ਲਈ ਪਰਮੇਸ਼ਵਰ ਦਾ ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਵਾਰ ਧੰਨਵਾਦ। ਆਓ ਫਿਰ ਆਪਾਂ ਅੱਜ ਵਚਨ ਵੱਲ ਚਲੀਏ ਔਰ ਛੋਟਾ ਜਿਹਾ ਮੈਸੇਜ ਪੇਸ਼ ਕਰੂੰਗਾ, ਪਰ ਬਹੁਤ ਗਹਿਰਾਈ ਦੀਆਂ ਗੱਲਾਂ, ਬਹੁਤ ਕੁਝ ਬਾਈਬਲ ਦੇ ਵਿੱਚ ਨਹੀਂ ਲਿਖਿਆ ਪਿਆ, ਲੇਕਿਨ ਅਸੀਂ ਰਿਸਰਚ ਕਰਦੇ ਰਹਿਣਾ ਤੇ ਬਹੁਤ ਕੁਝ ਸਾਨੂੰ ਇਹੋ ਜਿਹੀਆਂ ਚੀਜ਼ਾਂ ਬਾਹਰੋਂ ਵੀ ਮਿਲ ਜਾਂਦੀਆਂ, ਕਿਉਂਕਿ ਖੁਦਾ ਦੇ ਪਾਕ ਕਲਾਮ ਦੇ ਵਿੱਚ ਯਹੂਨਾ 25:20 ਬਾਬ ਦੇ ਵਿੱਚ ਲਿਖਿਆ ਆਖਰੀ ਵਰਸ ਦੇ ਵਿੱਚ ਕਿ ਜੇਕਰ ਸਾਰੀਆਂ ਗੱਲਾਂ ਇਸ ਪਵਿੱਤਰ ਬਾਈਬਲ ਦੇ ਵਿੱਚ ਲਿਖੀਆਂ ਜਾਂਦੀਆਂ ਤੇ ਸ਼ਾਇਦ ਇਸ ਧਰਤੀ ਦੇ ਉੱਤੇ ਇਸ ਗ੍ਰੰਥ ਨੂੰ ਰੱਖਣ ਲਈ ਵੀ ਜਗ੍ਹਾ ਨਾ ਹੁੰਦੀ। ਇੰਨੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ, ਨਬੀਆਂ ਦੇ ਦੁਆਰਾ, ਉਸ ਤੋਂ ਪਹਿਲਾਂ ਜਿੰਨੇ ਕੰਮ ਹੋਇਆ, ਜੇ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਜਾਂਦਾ ਤਾਂ ਇਸ ਧਰਤੀ ਉੱਤੇ ਰੱਖਣ ਦੀ ਵੀ ਜਗ੍ਹਾ ਨਾ ਹੁੰਦੀ। ਲੇਕਿਨ ਬਹੁਤ ਜਿਹੜੀਆਂ ਇੰਪੋਰਟੈਂਟ ਗੱਲਾਂ ਉਹ ਪ੍ਰਭੂ ਯਿਸੂ ਮਸੀਹ ਨੇ, ਉਹਨਾਂ ਤੋਂ ਪਹਿਲਾਂ ਨਬੀਆਂ ਨੇ ਗੱਲਾਂ ਲਿਖੀਆਂ ਆ, ਲੇਕਿਨ ਕੁਝ ਗੱਲਾਂ ਅਸੀਂ ਹੋਰ ਗ੍ਰੰਥਾਂ ਦੇ ਵਿੱਚ ਵੀ ਦੇਖਦੇ ਹਾਂ, ਜਿਸ ਤਰ੍ਹਾਂ ਕਿ ਯਹੂਦੀਆਂ ਦੇ ਗ੍ਰੰਥ ਆ, ਤਾਮੂਦ ਔਰ ਇਹਨਾਂ ਦੂਸਰੀ ਬਾਈਬਲ ਤੋਂ ਇਲਾਵਾ ਵੀ ਸਾਨੂੰ ਰਿਸਰਚ ਕਰਨੀ ਪੈਂਦੀ, ਤਦ ਜਾ ਕੇ ਸਾਨੂੰ ਉਹ ਗੱਲਾਂ ਮਿਲਦੀਆਂ। ਆਓ ਫਿਰ ਅਸੀਂ ਅੱਜ ਮਲਾਕੀ ਨਬੀ ਦੀ ਪੁਸਤਕ 4 ਬਾਬ ਦੀ 5 ਔਰ 6 ਆਇਤ ਪੜ੍ਹੀਏ। ਮਲਾਕੀ ਨਬੀ ਦੀ ਪੁਸਤਕ ਵੇਖੋ ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਾਂਗਾ। ਵੇਖੋ ਕਹਿੰਦਾ ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਾਂਗਾ, ਇਸ ਤੋਂ ਪਹਿਲਾਂ ਕਿ ਯਹੋਵਾ ਦਾ ਵੱਡਾ ਅਤੇ ਭੈਦਾਇਕ ਦਿਨ ਆਵੇ। ਇਸ ਤੋਂ ਪਹਿਲਾਂ ਕਿ ਯਹੋਵਾ ਦਾ ਵੱਡਾ ਤੇ ਭੈਦਾਇਕ ਦਿਨ, ਮਤਲਬ ਕਹਿਣ ਦਾ ਕਿ ਮਹਾਕਲੇਸ਼, ਜਿਹਨੂੰ ਆਪਾਂ ਟ੍ਰਿਬਿਊਲੇਸ਼ਨ ਪੀਰੀਅਡ ਕਹਿੰਦੇ, ਉਹਦੇ ਬਾਰੇ ਏਲੀਆ ਨਬੀ ਇੱਥੇ ਸਾਡਾ ਗੱਲਾਂ ਕਰ ਰਿਹਾ। ਹਾਂਜੀ, ਉਹ ਪੇਮਾ ਦੇ ਦਿਲ ਬਾਲਕਾ ਵੱਲ, ਉਹ ਪੇਮਾ ਦੇ ਦਿਲ ਬਾਲਕਾ ਵੱਲ ਅਤੇ ਬਾਲਕਾ ਦੇ ਦਿਲ ਪੇਮਾ ਵੱਲ ਮੋੜੇਗਾ। ਬਾਲਕਾਂ ਦੇ ਦਿਲ ਪੇਮਾ ਵੱਲ ਮੋੜੇਗਾ, ਮਤਲਬ ਕਹਿਣ ਦਾ ਕਿ ਜਿਹੜਾ ਇਹ ਖੁਦਾ ਦਾ ਪਾਕ ਕਲਾਮ ਹੈ, ਹੋ ਸਕਦਾ ਛੋਟੇ ਬੱਚੇ ਦੁਆਰਾ ਇਹਨਾਂ ਦੇ ਘਰ ਦੇ ਵਿੱਚ ਮੈਸੇਜ ਚੱਲ ਜਾਏ ਔਰ ਇਹ ਸਾਰੇ ਪਰਿਵਾਰ ਦਾ ਦਿਲ ਬਦਲ ਜਾਏ, ਔਰ ਹੋ ਸਕਦਾ ਕਿ ਮਾਂ-ਬਾਪ ਇਸ ਪਵਿੱਤਰ ਬਾਈਬਲ ਦੀ ਤਾਲੀਮ ਲੈ ਕੇ ਆਪਣੇ ਬੱਚਿਆਂ ਦੇ ਦਿਲ ਬਦਲ ਲੈਣ, ਉਹਨਾਂ ਦੀਆਂ ਪੀੜ੍ਹੀਆਂ, ਕਿਉਂਕਿ ਖੁਦਾ ਦਾ ਕਲਾਮ ਜਿਹੜਾ ਉਹ ਪੀੜ੍ਹੀਓਂ ਪੀੜ੍ਹੀ ਇਸੇ ਤਰ੍ਹਾਂ ਹੀ ਚੱਲਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ, ਉਹ ਗਾਂ ਆਪਣੇ ਬੱਚਿਆਂ ਨੂੰ ਦੱਸਦੇ ਆ, ਔਰ ਇਸੇ ਤਰ੍ਹਾਂ ਖੁਦਾ ਦਾ ਕਲਾਮ ਚੱਲਦਾ ਹੁੰਦਾ। ਔਰ ਲੇਕਿਨ ਅਸੀਂ ਇਹ ਜਿਹੜੀ ਭਵਿੱਖਬਾਣੀ ਕੀਤੀ ਗਈ ਆ ਏਲੀਆ ਨਬੀ ਦੇ ਬਾਰੇ ਕਿ ਵੇਖੋ ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਾਂਗਾ, ਇਸ ਤੋਂ ਪਹਿਲਾਂ ਕਿ ਯਹੋਵਾ ਦਾ ਵੱਡਾ ਤੇ ਭੈਦਾਇਕ ਦਿਨ ਆ ਜਾਵੇ। ਸੋ ਦੇਖੋ ਇਹ ਗੱਲ 100% ਆ ਕਿ ਜਿਹੜੀਆਂ ਗੱਲਾਂ ਖੁਦਾ ਦੇ ਪਾਕ ਕਲਾਮ ਦੇ ਵਿੱਚ ਲਿਖੀਆਂ ਗਈਆਂ ਭਵਿੱਖਬਾਣੀਆਂ, ਉਹ ਇੱਕ ਦਿਨ ਪੂਰੀਆਂ ਹੋਣੀਆਂ ਹੀ ਹਨ, ਔਰ ਅਸੀਂ ਇਹਨਾਂ ਨੂੰ ਸਮਝਣਾ ਹੈ। ਔਰ ਸਾਰਾ ਕੁਝ ਬਾਈਬਲ ਦੇ ਵਿੱਚ ਬਿਆਨ ਆ। ਕੁਝ ਗੱਲਾਂ ਸਾਨੂੰ ਦੂਸਰੇ ਧਰਮ ਗ੍ਰੰਥ ਜਿਹੜੀਆਂ ਇਹਦੇ ਨਾਲ ਸੰਬੰਧਿਤ ਹੋਰ ਗ੍ਰੰਥ ਆ, ਬਾਈਬਲ ਦੇ ਨਾਲ ਸੰਬੰਧਿਤ, ਜਿੱਦਾਂ ਯਹੂਦੀਆਂ ਦੇ ਬਹੁਤ ਗ੍ਰੰਥ ਆ, ਉਹਨਾਂ ਤੋਂ ਵੀ ਕੁਝ ਗੱਲਾਂ ਸਾਨੂੰ ਲੈਣੀਆਂ ਪੈਂਦੀਆਂ ਹਨ। ਸੋ ਏਲੀਆ ਇੱਥੇ ਬਹੁਤ ਵੱਡੀ ਇੱਕ ਭਵਿੱਖਬਾਣੀ ਕਰ ਰਿਹਾ, ਔਰ ਮੇਰੇ ਜੋ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਉਸ ਮਹਾ ਸੰਕਟ ਤੋਂ, ਮਹਾਕਲੇਸ਼ ਤੋਂ, ਉਸ ਭੈਦਾਇਕ ਦਿਨ ਤੋਂ, ਟ੍ਰਿਬਿਊਲੇਸ਼ਨ ਪੀਰੀਅਡ ਤੋਂ ਤੁਸੀਂ ਸਾਰੇ ਬਚਾਏ ਜਾਓ, ਔਰ ਤੁਸੀਂ ਸਾਰੇ ਖੁਦਾ ਦੀ ਪਾਕ ਦੁਲਹਨ ਬਣ ਜਾਓ, ਔਰ ਤਾਂ ਜੋ ਤੁਸੀਂ ਇਸ ਭੈਦਾਇਕ ਦਿਨ ਆਉਣ ਤੋਂ ਪਹਿਲੋਂ ਪ੍ਰਭੂ ਯਿਸੂ ਮਸੀਹ ਦੇ ਨਾਲ ਉਹਦੀ ਪਾਕ ਦੁਲਹਨ ਬਣ ਕੇ ਸਵਰਗ ਰਾਜ ਵਿੱਚ ਉਠਾਏ ਜਾਓ, ਬੱਦਲਾਂ ਤੱਕ ਉਠਾਏ ਜਾਓ ਪਹਿਲੀ ਕਿਆਮਤ ਦੇ ਵਿੱਚ। ਸੋ ਆਓ ਅਸੀਂ ਦੇਖਦੇ ਹਾਂ ਦੂਸਰਾ ਰਾਜਾ 2 ਬਾਬ ਦੀ 10 ਔਰ 11-12 ਪੜ੍ਹੀਏ। ਦੂਸਰਾ ਰਾਜਾ ਅੱਜ ਦਾ ਵਚਨ ਮੇਰੇ ਪਿਤਾ ਨੇ ਤਾਂ ਭਾਰੀ ਚੂਹਾ ਤੁਸਾਂ ਉੱਤੇ ਰੱਖਿਆ ਸੀ, ਪਰ ਮੈਂ ਉਸ ਚੂਹੇ ਨੂੰ ਹੋਰ ਵੀ ਭਾਰੀ ਕਰਾਂਗਾ। ਨਹੀਂ, ਦੂਸਰਾ ਰਾਜਾ 2 ਬਾਬ 10-11-12 10 ਤੋਂ 12। ਉਹਨਾਂ ਨੇ ਆਖਿਆ, ਹਾਂਜੀ ਤੈਂ ਔਖਾ ਸਵਾਲ ਕੀਤਾ ਹੈ ਜੀ, ਜੇ 10 ਤੋਂ ਸ਼ੁਰੂ ਕਰੋ ਨਾ। 10 ਤੋਂ ਜੀ। ਉਹਨਾਂ ਨੇ ਆਖਿਆ, ਤੈਂ ਔਖਾ ਸਵਾਲ ਕੀਤਾ ਹੈ, ਜੇ ਤੂੰ ਮੈਨੂੰ ਇਦੋਂ ਵੇਖੇ ਜਦ ਮੈਂ ਤੇਥੋਂ ਲੈ ਲਿਆ ਜਾਵਾਂ ਜੀ, ਤਾਂ ਤੇਰੇ ਲਈ ਇਵੇਂ ਹੀ ਹੋਵੇਗਾ, ਜੀ, ਪਰ ਜੇ ਨਹੀਂ ਤਾਂ ਉਹ ਇਉਂ ਨਹੀਂ ਹੋਵੇਗਾ। ਹਾਂਜੀ, ਅਤੇ ਇਉਂ ਹੋਇਆ ਜਦ ਉਹ ਗੱਲਾਂ ਕਰਦੇ ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ ਉੱਥੇ ਇੱਕ ਅਗਨ ਰੱਥ ਨੇ ਅਗਨ ਘੋੜੇ ਦਿਸੇ, ਜਿਨ੍ਹਾਂ ਨੇ ਉਹਨਾਂ ਦੋਹਾਂ ਨੂੰ ਵੱਖੋ ਵੱਖ ਕਰ ਦਿੱਤਾ। ਏਲੀਆ ਤੇ ਬੰਗਰੋਲੇ
ਪਾਮਰੋਲੇ ਵਿੱਚ ਆਕਾਸ਼ ਨੂੰ ਚੜ ਗਿਆ ਹੂੰ। ਅਤੇ ਇਹ ਵੇਖਦਿਆਂ ਹੀ ਅਲੀਸ਼ਾ ਉੱਚੀ ਦਿੱਤੀ ਬੋਲਿਆ, हे ਮੇਰੇ ਪਿਤਾ ਇਸਰਾਇਲ ਦੇ ਰੱਥ ਤੇ ਉਹਦੇ ਸਾਰਥੀ। ਪਰ ਜਦ ਉਹ ਉਹਨੂੰ ਫਿਰ ਨਾ ਵੇਖੀ ਸਕਿਆ ਤਾਂ ਉਹ ਉਸਨੇ ਆਪਣੇ ਲੀੜੇ ਫਾੜੇ ਤੇ ਉਹਨਾਂ ਨੂੰ ਪਾੜ ਕੇ 2 ਹਿੱਸੇ ਕੀਤਾ। ਤਦ ਉਸਨੇ ਏਲੀਆ ਦੀ ਗੋਦੜੀ ਵੀ ਜਿਹੜੀ ਉਹਦੇ ਉੱਤੇ ਡਿੱਗੀ ਸੀ ਚੁੱਕ ਲਈ ਔਰ ਮੁੜ ਕੇ ਜਰਮਨ ਦੇ ਕੰਢੇ ਉੱਤੇ ਹੋ ਗਿਆ ਅਤੇ ਉਹ ਗੋਦੜੀ ਜਿਹੜੀ ਏਲੀਆ ਜਾਂ ਉੱਤੇ ਡਿੱਗੀ ਸੀ ਲੈ ਕੇ ਪਾਣੀ ਉੱਤੇ ਮਾਰੀ ਤੇ ਆਖਿਆ, ਯਹੋਵਾ ਏਲੀਆ ਦਾ ਪਰਮੇਸ਼ਰ ਕਿੱਥੇ ਹੈ? ਬਸ ਸੋ ਮੇਰੇ ਅਜ਼ੀਜ਼ੋ, ਇਹ ਜਿਹੜਾ ਸਾਰਾ ਵਚਨ ਆ, ਉਸ ਸਮੇਂ ਦੇ ਨਬੀਆਂ ਨੂੰ ਪਤਾ ਸੀ ਕਿ ਏਲੀਆ ਨੇ ਅੱਜ ਉਠਾਇਆ ਜਾਣਾ, ਔਰ ਅਲੀਸ਼ਾ ਨਬੀ ਨੂੰ ਕਹਿ ਰਿਹਾ ਵੀ ਤੇਰੇ ਸਵਾਮੀ ਨੇ ਅੱਜ ਤੇਰੇ ਸਿਰ ਤੋਂ ਉਠਾਇਆ ਜਾਣਾ। ਔਰ ਏਲੀਆ ਨਬੀ ਉਹਨੂੰ ਬਹੁਤ ਕਹਿੰਦਾ ਕਿ ਤੂੰ ਇੱਧਰ ਨੂੰ ਚੱਲ ਜਾ, ਉੱਧਰ ਨੂੰ ਕਹਿੰਦਾ। ਉਹ ਕਹਿੰਦਾ ਮੈਨੂੰ ਇਹ ਮੇਰੇ ਸਵਾਮੀ ਤੇਰੇ ਜਿੰਦੇ ਸੋ ਮੈਂ ਤੈਨੂੰ ਨਹੀਂ ਛੱਡਣਾ। ਇਸੇ ਤਰ੍ਹਾਂ ਅਸੀਂ ਵੀ ਖੁਦਾ ਦੇ ਨਾਲ, ਪ੍ਰਭੂ ਯਿਸੂ ਮਸੀਹ ਦੇ ਨਾਲ ਚੁੰਬੜੇ ਰਹਿਣਾ, ਜੋ ਮਰਜ਼ੀ ਹੋਵੇ, ਜਿੱਦਾਂ ਦੇ ਮਰਜ਼ੀ ਹਾਲਾਤ ਹੋ ਜਾਣਾ, ਅਸੀਂ ਕਦੇ ਵੀ ਪ੍ਰਭੂ ਯਿਸੂ ਮਸੀਹ ਨੂੰ ਛੱਡਣਾ ਨਹੀਂਗਾ। ਔਰ ਉਹਨੇ ਕੀ ਮੰਗਿਆ ਸੀ ਕਿ ਕਹਿੰਦਾ ਮੈਂ ਤੇਰੇ ਤੋਂ ਡਬਲ ਮਸਾ ਚਾਹੁੰਦਾ, ਡਬਲ ਮਸਾ, ਡਬਲ ਬਲੈਸਿੰਗ, ਡਬਲ ਅਭਿਸ਼ੇਕ। ਔਰ ਪਵਿੱਤਰ ਬਾਈਬਲ ਜਦੋਂ ਆਪਾਂ ਡੀਪਲੀ ਸਟੱਡੀ ਕਰਦੇ ਆ ਤਾਂ ਏਲੀਆ ਦੇ 16 ਮੌਜ਼ੇ ਆ ਔਰ ਅਲੀਸ਼ਾ ਨਬੀ ਦੇ 17 ਮੌਜ਼ੇ। ਔਰ ਪ੍ਰਭੂ ਯਿਸੂ ਮਸੀਹ ਤੋਂ ਬਾਅਦ ਅਲੀਸ਼ਾ ਨਬੀ ਦਾ ਸਭ ਤੋਂ ਵੱਡਾ ਮੌਜ਼ਾ ਇਹ ਆ ਕਿ ਇੱਕ ਮੁਰਦਾ ਜਿਹੜਾ ਕਿ ਉਹਦਾ ਕੋਈ ਜ਼ਿਕਰ ਨਹੀਂ ਕਿ ਉਹਨੂੰ 2 ਸਾਲ ਹੋ ਗਏ ਸੀ, 4 ਸਾਲ ਹੋ ਗਏ ਸੀ ਜਾਂ 10 ਸਾਲ ਹੋ ਗਏ ਸੀ ਕਬਰ ਵਿੱਚ ਪਿਆ ਸੀ। ਲੇਕਿਨ ਅਲੀਸ਼ਾ ਨਬੀ ਜਦੋਂ ਮਰਿਆ ਉਹਦੀ ਕਬਰ ਲਾਗੇ ਪੱਟੀ ਗਈ ਔਰ ਉਹਦੇ ਵਿੱਚ ਜਿਹੜੀਆਂ ਹੱਡੀਆਂ ਪਈਆਂ ਸੀਗੀਆਂ, ਉਹ ਜਦੋਂ ਅਲੀਸ਼ਾ ਨਬੀ ਦੀਆਂ ਹੱਡੀਆਂ ਉਹਨੂੰ ਲੱਗੀਆਂ, ਉਹ ਮੁਰਦੇ ਨੂੰ, ਉਹ ਮੁਰਦਾ ਜ਼ਿੰਦਾ ਹੋ ਗਿਆ। ਸੋ ਕਹਿਣ ਦਾ ਮਤਲਬ ਕਿ ਅਲੀਸ਼ਾ ਨਬੀ ਦੇ ਹੱਡੀਆਂ ਦੇ ਵਿੱਚ ਵੀ ਇੰਨੀ ਸਾਮਰਥ ਔਰ ਸ਼ਕਤੀ ਸੀਗੀ ਕਿ ਇੱਕ ਮੁਰਦਾ ਜ਼ਿੰਦਾ ਹੋ ਗਿਆ। ਔਰ ਉਹਨੂੰ ਪਤਾ ਸੀ ਕਿ ਉਹਨੂੰ ਦੱਬੇ ਨੂੰ ਕਿੰਨੀ ਦੇਰ ਹੋ ਗਈ ਸੀ, 2 ਸਾਲ, 10 ਸਾਲ, 5 ਸਾਲ, ਇਹਦਾ ਕੋਈ ਜ਼ਿਕਰ ਨਹੀਂਗਾ। ਔਰ ਮੇਰੇ ਅਜ਼ੀਜ਼ੋ, ਜੇ ਅਗਰ ਅਸੀਂ ਆਪਣੇ ਖੁਦਾ ਦੇ ਦਾਸਾਂ ਦੇ ਨਾਲ, ਆਪਣੇ ਉਸਤਾਦਾਂ ਦੇ ਨਾਲ ਵਫਾਦਾਰ ਹਾਂ, ਤਾਂ ਹੀ ਅਸੀਂ ਪਰਮੇਸ਼ਵਰ ਤੋਂ ਵੱਡੀ ਆਸ਼ੀਸ਼ ਤੇ ਬਰਕਤ ਲੈ ਸਕਦੇ। ਅੱਜ ਦਾ ਜਿਹੜਾ ਮੇਰਾ ਮੈਸੇਜ ਆ ਉਹ ਇਹ ਆ ਕਿ ਜਿਹੜੀ ਏਲੀਆ ਨਬੀ ਦੀ ਚਾਦਰ ਸੀ ਉਹ ਅਲੀਸ਼ਾ ਨਬੀ ਤੇ ਆ ਗਈ, ਉਹਨੂੰ ਡਬਲ ਮਸਾ ਮਿਲ ਗਿਆ। ਲੇਕਿਨ ਜਿਹੜੀ ਅੱਗੇ ਆ ਕੇ ਅਲੀਸ਼ਾ ਨਬੀ ਦੀ ਚਾਦਰ ਆ, ਉਹਦਾ 800 ਸਾਲ ਤੱਕ ਕੋਈ ਜ਼ਿਕਰ ਨਹੀਂਗਾ ਬਾਈਬਲ ਦੇ ਵਿੱਚ ਵੀ ਉਹ ਕਿੱਥੇ ਗਈ। ਔਰ ਇਹ ਬਹੁਤ ਵੱਡਾ ਇੱਕ ਸਵਾਲ ਆ। ਮੈਂ ਇੱਕ ਦਿਨ ਮੇਰਾ ਦਿਮਾਗ ਇੱਧਰ ਨੂੰ ਹੋ ਗਿਆ ਔਰ ਮੈਂ ਲੱਭਣ ਲੱਗ ਪਿਆ ਕਿ ਉਹ ਅਲੀਸ਼ਾ ਨਬੀ ਦੀ ਚਾਦਰ ਕਿੱਥੇ ਗਈ, ਕਿਉਂਕਿ ਜਦ ਤੱਕ ਅਲੀਸ਼ਾ ਨਬੀ ਜਿੰਦਾ ਸੀਗਾ, ਅਲੀਸ਼ਾ ਨਬੀ ਦੇ ਕੋਲ ਉਹਦੀ ਚਾਦਰ ਸੀਗੀ, ਉਹਦਾ ਬੈੱਡ ਸੀਗਾ। ਲੇਕਿਨ ਉਹ ਚਾਦਰ ਕਿੱਥੇ ਗਈ, 800 ਸਾਲ ਤੱਕ ਬਾਈਬਲ ਇਹਦੇ ਬਾਰੇ ਕੁਝ ਬਿਆਨ ਨਹੀਂ ਕਰਦੇ। ਲੇਕਿਨ ਅਸੀਂ ਅੱਜ ਇਹਦੇ ਉੱਤੇ ਹੋਰ ਥੋੜੀ ਰਿਸਰਚ ਕਰਾਂਗੇ। ਜਦੋਂ ਨਿਊ ਟੈਸਟਾਮੈਂਟ ਦੇ ਵਿੱਚ ਅਸੀਂ ਆਉਂਦੇ ਹਾਂ, ਲੂਕਾ ਦੀ ਕਿਤਾਬ 1 ਬਾਬ ਦੀ 11 ਪੜ੍ਹੀਏ, 11-13। ਔਰ ਉਸ ਸਮੇਂ ਹੋਇਆ ਕਿ ਉਹ ਜਦੋਂ ਅਲੀਸ਼ਾ ਮਰ ਗਿਆ, ਅਲੀਸ਼ਾ ਦੇ ਮਰਨ ਤੋਂ ਬਾਅਦ ਜਿਹੜਾ ਉਸ ਸਮੇਂ ਦਾ ਹੈਕਲ ਜਾਜਕ ਸੀਗਾ, ਉਹਨੇ ਕਿਹਾ ਵੀ ਅਲੀਸ਼ਾ ਤੋਂ ਬਾਅਦ ਤਾਂ ਹੋਰ ਕੋਈ ਭਵਿੱਖਵਕਤਾ, ਹੁਣ ਪ੍ਰੋਫਟ, ਹੋਰ ਕੋਈ ਨਬੀ ਅਜੇ ਤੱਕ ਮਤਲਬ ਕਿਸੇ ਨੂੰ ਇਹ ਅਭਿਸ਼ੇਕ ਨਹੀਂ ਦਿੱਤਾ ਗਿਆ। ਉਹਨੇ ਉਹ ਚਾਦਰ ਔਰ ਉਹ ਬੈਲਟ ਲੈ ਕੇ ਹੈਕਲ ਦੀ ਬੇਦੀ ਦੇ ਸੱਜੇ ਪਾਸੇ ਰੱਖ ਦਿੱਤਾ। ਔਰ 800 ਸਾਲ ਬਾਅਦ ਜਦੋਂ ਜ਼ਕਰਿਆ ਨਬੀ ਉੱਥੇ ਧੂਪ ਦਿਖਾਉਣ ਜਾਂਦਾ ਆ, ਜ਼ਕਰਿਆ ਤਾਂ ਉਹਨੂੰ ਪ੍ਰਭੂ ਦਾ ਇੱਕ ਦੂਤ ਧੂਪ ਦੀ ਬੇਦੀ ਦੇ ਸੱਜੇ ਪਾਸੇ ਖਲੋਤਾ ਦਿਸਿਆ ਜੀ। ਅਤੇ ਜ਼ਕਰਿਆ ਦੇਖੋ ਜਿੱਥੇ ਉਹ ਪਈ ਸੀਗੀ ਏਲੀਆ ਦਾ, ਅਲੀਸ਼ਾ ਦਾ ਅਭਿਸ਼ੇਕ ਵਾਲੀ ਚਾਦਰ, ਉੱਥੋਂ ਹੀ ਜਬਰਾਇਲ ਫਰਿਸ਼ਤਾ ਨਿਕਲਿਆ। ਹਾਂਜੀ, ਦੇਖ ਕੇ ਘਬਰਾਇਆ, ਉਹ ਦੇਖ ਕੇ ਘਬਰਾ ਗਿਆ ਔਰ ਉਹਨੂੰ ਡਰ ਲੱਗਾ। ਜ਼ਕਰਿਆ ਨਬੀ ਡਰ ਗਿਆ ਵੀ ਇਹ ਕੀ ਗੱਲ ਹੋਈ। ਹਾਂਜੀ, ਪਰ ਦੂਤ ਨੇ ਉਹਨੂੰ ਆਖਿਆ, ਦੂਤ ਨੇ, ਜਬਰਾਇਲ ਫਰਿਸ਼ਤੇ ਨੇ ਉਹਨੂੰ ਆਖਿਆ, ਇਹ ਜ਼ਕਰਿਆ, ਇਹ ਜ਼ਕਰਿਆ ਨਬੀ ਨਾ ਡਰ, ਨਾ ਡਰ, ਜੋ ਤੇਰੀ ਬੇਨਤੀ ਸੁਣੀ ਗਈ। ਤੇਰੀ ਬੇਨਤੀ, ਤੇਰੀਆਂ ਅਰਦਾਸਾਂ, ਤੇਰਾ ਇੰਨੀ ਦੇਰ ਤੋਂ ਜਿਹੜੀਆਂ ਤੁਸੀਂ ਦੁਆਵਾਂ ਕਰ ਰਹੇ ਸੀ, ਉਹ ਅੱਜ ਸੁਣੀਆਂ ਗਈਆਂ। ਕਿਉਂਕਿ
ਜ਼ਕਰੀਆ ਨਬੀ ਔਰ ਅਲੀਸ਼ਾ ਜਿਹੜੀ ਉਹਦੀ ਔਰਤ ਸੀ ਉਹਨਾਂ ਦੇ ਕੋਈ ਬੱਚਾ ਨਹੀਂ ਸੀ। ਹਾਂਜੀ, ਅਤੇ ਤੇਰੀ ਪਤਨੀ ਐਲਿਜ਼ਬeth ਤੇਰੇ ਲਈ ਇੱਕ ਪੁੱਤਰ ਜਣੇਗੀ। ਉਹ ਬਾਂਝ ਸੀ, ਦੇਖੋ ਇੰਨੇ ਸਮੇਂ ਬਾਅਦ ਕਹਿੰਦਾ ਕਿ ਉਹ ਇੱਕ ਪੁੱਤਰ ਜਣੇਗੀ। ਹਾਂਜੀ, ਅਤੇ ਤੂੰ ਉਹਦਾ ਨਾਮ ਯਹੂਨਾ ਰੱਖਣਾ। ਉਹ ਉਹਦਾ ਨਾਮ ਯਹੂਨਾ ਰੱਖਣਾ। ਔਰ ਤੈਨੂੰ ਖੁਸ਼ੀ ਅਤੇ ਆਨੰਦ ਹੋਵੇਗਾ। ਤੈਨੂੰ ਖੁਸ਼ੀ ਔਰ ਬਹੁਤ ਵੱਡਾ ਆਨੰਦ ਹੋਵੇਗਾ। ਉਹਦੇ ਜੰਮਣ ਤੋਂ ਖੁਸ਼ ਹੋਣਗੇ, ਉਹਦੇ ਜੰਮਣ ਤੋਂ ਬਹੁਤ ਸਾਰੇ ਲੋਕ ਬਹੁਤ ਖੁਸ਼ ਹੋਣਗੇ, ਕਿਉਂਕਿ ਉਹ ਪ੍ਰਭੂ ਦੇ ਸਨਮੁਖ ਵੱਡਾ ਹੋਵੇਗਾ। ਉਹ ਪ੍ਰਭੂ ਦੇ ਸਨਮੁਖ ਇੱਕ ਬਹੁਤ ਵੱਡਾ ਨਬੀ ਔਰ ਨਜ਼ੀਰ ਹੋਵੇਗਾ। ਅਤੇ ਨਾ ਮਦ ਪੀਵੇਗਾ, ਨਾ ਉਹ ਮੈਂ ਪੀਵੇਗਾ ਤੇ ਨਾ ਮਦ ਪੀਵੇਗਾ। ਅਤੇ ਆਪਣੀ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰ ਜਾਵੇਗਾ। ਉਹ ਆਪਣੇ ਮਾਂ ਦੇ ਪੇਟ ਤੋਂ ਹੀ ਪਵਿੱਤਰ ਆਤਮਾ ਦੇ ਨਾਲ ਭਰ ਜਾਵੇਗਾ। ਇਹ ਸਾਰੀਆਂ ਗੱਲਾਂ ਯਹੂਨਾ ਬਪਤਿਸਮਾ ਦੇਣ ਵਾਲੇ ਬਾਰੇ ਗੱਲਾਂ ਉਹ ਨਬੂਵਤ ਕਰ ਰਿਹਾ। ਔਰ ਠੀਕ ਜਿਸ ਤਰ੍ਹਾਂ ਉਹਨੇ ਕਿਹਾ ਅੱਗੇ ਜਾ ਕੇ ਇਹ ਵੀ ਕਹਿੰਦਾ, ਅਤੇ ਇਸਰਾਇਲ ਦੀ ਔਲਾਦ ਵਿੱਚੋਂ ਬਹੁਤਿਆਂ ਨੂੰ ਉਹਨਾਂ ਦੇ ਪਰਮੇਸ਼ਵਰ ਪ੍ਰਭੂ ਦੀ ਵੱਲ ਮੋੜੇਗਾ। ਇਜ਼ਰਾਈਲ ਦੇ ਘਰਾਣੇ ਦੇ ਵੱਲੋਂ ਉਹ ਸਾਰੇ ਲੋਕਾਂ ਨੂੰ ਪਰਮੇਸ਼ਵਰ ਵੱਲ ਮੋੜੇਗਾ। ਉਹ ਉਸ ਦੇ ਅੱਗੇ ਅੱਗੇ ਏਲੀਆ ਦੇ ਆਤਮਾ ਔਰ ਬਲ ਨਾਲ ਚੱਲੇਗਾ। ਉਹ ਉਹਨਾਂ ਦੇ ਅੱਗੇ ਅੱਗੇ ਏਲੀਆ ਦੇ ਸਾਮਰਥ, ਸ਼ਕਤੀ ਔਰ ਉਹਦੇ ਮਸਾ ਦੇ ਨਾਲ ਚੱਲੇਗਾ। ਮੇਰੇ ਅਜ਼ੀਜ਼ੋ, ਉਹ ਅਜੇ ਪੈਦਾ ਵੀ ਨਹੀਂ ਹੋਇਆ, ਲੇਕਿਨ ਉਹਦੀ ਨਬੂਵਤ ਹੋ ਰਹੀ ਆ ਕਿ ਏਲੀਆ ਵਾਲਾ ਅਭਿਸ਼ੇਕ ਯਹੂਨਾ ਬਪਤਿਸਮਾ ਦੇਣ ਵਾਲੇ ਦੇ ਉੱਤੇ ਆਵੇਗਾ। ਔਰ ਲਿਖਿਆ ਗਿਆ ਕਿ ਨਬੀਆਂ ਦੇ ਵਿੱਚੋਂ ਸਭ ਤੋਂ ਵੱਡਾ ਨਬੀ ਜਿਹੜਾ ਉਹ ਯਹੂਨਾ ਬਪਤਿਸਮਾ ਦੇਣ ਵਾਲਾ ਹੋਇਆ। ਔਰ ਉਹ ਜਿਹੜੀ ਚਾਦਰ ਸੀਗੀ 800 ਸਾਲ ਬਾਅਦ ਜਿਹੜੇ ਉਹ ਜਾਜਕ ਨੇ ਉਸ ਸਮੇਂ ਹੈਕਲ ਦੇ ਵਿੱਚ ਰੱਖ ਦਿੱਤੇ ਸੀ, ਉਸ ਅਭਿਸ਼ੇਕ ਦਾ ਕਰਕੇ ਉੱਥੋਂ ਹੀ ਜਬਰਾਈਲ ਫਰਿਸ਼ਤਾ ਨਿਕਲਿਆ ਸੱਜੇ ਪਾਸੇ ਰਾਈਟ ਹੈਂਡ ਸਾਈਡ ਤੋਂ ਜਗਵੇਦੀ ਦੀ। ਔਰ ਇਹ ਜਿਹੜੀਆਂ ਗੱਲਾਂ ਇਹ ਬਾਈਬਲ ਦੇ ਵਿੱਚ ਤਾਂ ਨਹੀਂ ਲਿਖੀਆਂ, ਲੇਕਿਨ ਯਹੂਦੀਆਂ ਦਾ ਇੱਕ ਗ੍ਰੰਥ ਆ ਜਿਹਦਾ ਨਾਮ ਹੈਗਾ ਸਿਡਰ ਉਲਾਮ ਰੱਬਾ। ਉਹਦੇ ਵਿੱਚ ਇਹ ਗੱਲਾਂ ਦਰਜ ਆ। ਯਹੂਦੀਆਂ ਦਾ ਇੱਕ ਸਪੈਸ਼ਲ ਗ੍ਰੰਥ ਹੈ ਸਿਡਰ ਉਲਾਮ ਰੱਬਾ। ਔਰ ਅੱਜ ਇਸ ਗੱਲ ਨੂੰ 2800 ਸਾਲ ਹੋ ਗਏ ਆ। ਉਹਦੇ ਹੋਰ ਵੀ ਬਹੁਤ ਸਾਰੀਆਂ ਭਵਿੱਖਬਾਣੀਆਂ, ਔਰ ਜਿਹੜੀਆਂ ਭਵਿੱਖਬਾਣੀਆਂ ਉਹਦੇ ਵਿੱਚ ਕੀਤੀਆਂ ਪਈਆਂ ਉਹ ਇੱਕ ਇੱਕ ਕਰਕੇ ਸੱਚ ਹੁੰਦਾ। ਔਰ ਇਹ ਜਿਹੜਾ ਸਿਡਰ ਉਲਾਮ ਰੱਬਾ ਆ, ਇੱਕ ਯਹੂਦੀਆਂ ਦਾ ਖਾਸ ਕੈਲੰਡਰ ਹੈ, ਉਹਦੇ ਵਿੱਚ ਲਿਖਿਆ ਗਿਆ ਹੈ। ਜਿੱਦਾਂ ਇਹਦਾ ਭਵਿੱਖਬਾਣੀਆਂ ਕੈਲੰਡਰ ਦੇ ਮੁਤਾਬਕ ਹੈਗੀਆਂ, ਉਸੇ ਤਰ੍ਹਾਂ ਹੀ ਉਹ ਲੱਭ ਕੇ ਉਹ ਪੇਸ਼ ਕਰ ਰਿਹਾ। ਜਿਹੜਾ ਯਹੂਦੀ ਰੱਬੀ ਜਿਹੜੇ ਉਹਨੂੰ ਰਿਸਰਚ ਕਰਕੇ ਉਹਨੂੰ ਲੱਭਦੇ ਆ, ਔਰ ਉਹ ਦੇਖਦੇ ਵੀ ਅੱਜ ਦੇ ਜ਼ਮਾਨੇ 'ਚ ਇੱਦਾਂ ਹੋ ਗਿਆ, ਉਹ ਨਬੀ ਨੇ ਪਹਿਲਾਂ ਇੱਕ ਗੱਲ ਇੱਦਾਂ ਲਿਖੀ ਵੀ ਅੱਜ ਇੱਦਾਂ ਹੋ ਗਿਆ। ਉਹ ਸਾਰਾ ਇੱਕ ਡਾਟਾ ਬੇਸ ਉਹਦੇ ਵਿੱਚ ਮੌਜੂਦ ਆ। ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ। ਔਰ ਅੱਗੇ ਜਾ ਕੇ ਜਦੋਂ ਆਪਾਂ ਦੇਖਦੇ ਆ ਕਿ ਜ਼ਕਰੀਆ ਨਬੀ ਜਿਹੜਾ ਫਿਰ ਜਦੋਂ ਉਹ ਖੁਦਾ ਦੇ ਦੂਤ ਦੇ ਨਾਲ ਜਬਰਾਈਲ ਫਰਿਸ਼ਤੇ ਨਾਲ ਇਸ ਗੱਲ ਦੇ ਉੱਤੇ ਥੋੜੀ ਕਰਨ ਲੱਗਾ ਵੀ ਮੈਂ ਤਾਂ ਬਹੁਤ ਬੁੱਢਾ ਆ, ਉਹਨੇ ਕਿਹਾ ਵੀ ਤੂੰ ਉਨੀ ਦੇਰ ਤੱਕ ਗੂੰਗਾ ਰਹੂਗਾ। ਔਰ ਉਨੀ ਦੇਰ ਤੱਕ ਉਹ ਗੂੰਗਾ ਹੀ ਰਿਹਾ। ਔਰ ਜਦੋਂ ਉਹਨੇ ਲੈ ਕੇ ਗਏ ਉਹਦਾ ਨਾਮ ਲਿਖਾਉਣ, ਉਹਨੇ ਉਹ ਜਦੋਂ ਨਾਮ ਉਹਦੇ ਤਖਤੀ ਤੇ ਲਿਖਿਆ ਵੀ ਇਹਦਾ ਨਾਮ ਯਹੂਨਾ ਲਿਖਿਆ, ਉਸੇ ਵੇਲੇ ਉਹਦੀ ਜ਼ੁਬਾਨ ਚੱਲ ਪਈ। ਔਰ ਇਹ ਆ ਖੁਦਾ ਦੇ ਬਹੁਤ ਵੱਡੀਆਂ ਭਵਿੱਖਬਾਣੀਆਂ, ਬਹੁਤ ਵੱਡੇ ਵੱਡੇ ਚਮਤਕਾਰ। ਔਰ ਜਦੋਂ ਆਪਾਂ ਹੁਣ ਅੱਗੇ ਚੱਲ ਕੇ ਪੜ੍ਹਦੇ ਆ ਕਿ 30 ਸਾਲ ਬਾਅਦ ਫਿਰ ਕੀ ਹੁੰਦਾ, ਇਹ ਭਵਿੱਖਬਾਣੀ ਉਦੋਂ ਦੀ ਆ ਜਦੋਂ ਜ਼ਕਰੀਆ ਨਬੀ ਨੂੰ ਜਬਰਾਈਲ ਫਰਿਸ਼ਤੇ ਨੇ ਇਹ ਗੱਲਾਂ ਕੀਤੀਆਂ। 30 ਸਾਲ ਬਾਅਦ ਕੀ ਹੋਇਆ ਕਿ ਮਤੀ ਰਸੂਲ ਦੀ ਕਿਤਾਬ ਜਦੋਂ ਆਪਾਂ ਪੜ੍ਹਦੇ ਆ, ਉਹਦੇ ਵਿੱਚ ਆਪਾਂ ਨੂੰ ਇੱਕ ਇਸ਼ਾਰਾ ਮਿਲਦਾ ਆ, ਇੱਕ ਨਿਸ਼ਾਨ ਮਿਲਦਾ। 3 ਬਾਬ 4 ਤੋਂ ਸ਼ਾਇਦ 6 ਪੜ੍ਹੀ ਮਤੀ ਰਸੂਲ ਦੀ ਕਿਤਾਬ 3 ਬਾਬ 4 ਤੋਂ 6। ਇਸ ਯਹੂਨਾ ਦੇ ਬਸਤਰ ਊਠ ਦੇ ਵਾਲਾਂ ਦੇ ਸਨ ਅਤੇ ਚੰਮ ਦੀ ਪੇਟੀ ਉਹਦੇ ਲੱਕ ਦੇ ਦੁਆਲੇ ਸੀ ਅਤੇ ਉਹਦਾ ਭੋਜਨ ਟਿੱਡੀਆਂ ਅਤੇ ਵਣ ਦਾ ਸ਼ਹਿਦ ਸੀ। ਤਦ ਯਰੂਸ਼ਲਮ ਮਤਲਬ ਕਹਿਣ ਦਾ ਕਿ ਜਿਹੜੀ ਏਲੀਆ ਔਰ ਅਲੀਸ਼ਾ ਦੀ ਚਾਦਰ ਸੀ, ਉਹ ਮੜ ਕੇ ਉਹ ਦੁਆਰਾ ਯਹੂਨਾ ਬਪਤਿਸਮਾ ਵਾਲੇ ਦੇਣ ਵਾਲੇ ਨੂੰ ਮਿਲ ਗਈ। ਔਰ ਉਹਦਾ ਜਿਹੜਾ ਬੈਲਟ ਸੀਗਾ ਉਹ ਵੀ ਉਹਨੂੰ ਮਿਲ ਗਿਆ। ਔਰ ਇਹ ਸਾਰੀਆਂ ਗੱਲਾਂ ਜਦੋਂ ਆਪਾਂ ਇਹਨਾਂ ਦੇ ਉੱਤੇ ਰਿਸਰਚ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ। ਤੇ ਹੋਰ ਵੀ ਸਾਨੂੰ ਬਹੁਤ ਅੱਗੇ ਜਾ ਕੇ ਮਿਲਦੇ ਆ ਇਸ ਗੱਲ ਦੇ ਕਲੂ ਕਿ ਏਲੀਆ ਦਾ ਜਿਹੜਾ ਮਸਾ ਸੀਗਾ ਉਹ ਯਹੂਨਾ ਬਪਤਿਸਮਾ ਦੇ ਉੱਤੇ ਦੇਣ ਵਾਲੇ ਉੱਤੇ ਸੀਗਾ। ਔਰ ਜਦੋਂ ਆਪਾਂ ਹੋਰ ਮਤੀ ਰਸੂਲ ਦੀ ਕਿਤਾਬ 17 ਬਾਬ ਦੀ 11 ਉੱਤੇ 13 ਪੜ੍ਹੀਏ, ਤਦ ਚੇਲਿਆਂ ਨੇ ਸਮਝਿਆ
ਜੋ ਉਹਨੇ ਸਾਡੇ ਨਾਲ ਯਹੂਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ। ਜੀ 17 11 ਤੋਂ 13 11 ਤੋਂ ਉਸਨੇ ਉੱਤਰ ਦਿੱਤਾ, ਜੀ ਜੋ ਏਲੀਆ ਠੀਕ ਆਉਂਦਾ ਹੈ ਉਹ ਕਹਿੰਦਾ ਏਲੀਆ ਠੀਕ ਆਉਂਦਾ ਹੈ ਅਤੇ ਸਭੋ ਕੁਝ ਬਹਾਲ ਕਰੇਗਾ, ਉਹ ਸਭੋ ਕੁਝ ਬਹਾਲ ਕਰੇਗਾ। ਪਰ ਮੈਂ ਤੁਹਾਨੂੰ ਆਖਦਾ ਹਾਂ ਮੈਂ ਤੁਹਾਨੂੰ ਆਖਦਾ ਹਾਂ ਕਿ ਏਲੀਆ ਤਾਂ ਆ ਚੁੱਕਿਆ ਏਲੀਆ ਤਾਂ ਕਹਿੰਦਾ ਆ ਚੁੱਕਿਆ, ਅਤੇ ਉਹਨਾਂ ਨੇ ਉਹਨੂੰ ਨਾ ਪਛਾਣਿਆ। ਉਹਨੂੰ ਨਾ ਪਛਾਣਿਆ ਕਿਉਂਕਿ ਉਹ ਯਹੂਨਾ ਬਪਤਿਸਮਾ ਦੇਣ ਵਾਲੇ ਦੇ ਅਭਿਸ਼ੇਕ ਨੂੰ ਉਹ ਪਛਾਣ ਨਹੀਂ ਸਕੇ। ਹਾਂਜੀ, ਪਰ ਜੋ ਕੁਝ ਉਹਨਾਂ ਨੇ ਚਾਹਿਆ ਜੋ ਕੁਝ ਉਹਨਾਂ ਨੂੰ ਚਾਹਿਆ ਸੋ ਉਹਦੇ ਨਾਲ ਕੀਤਾ। ਉਹਦੇ ਨਾਲ ਕੀਤਾ। ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਹਨਾਂ ਦੇ ਹੱਥੋਂ ਦੁੱਖ ਪਾਵੇਗਾ। ਮਨੁੱਖ ਦਾ ਪੁੱਤਰ ਪ੍ਰਭੂ ਯਿਸੂ ਮਸੀਹ ਵੀ ਦੁੱਖ ਪਾਵੇਗਾ, ਕਸ਼ਟ ਭੋਗੇਗਾ। ਹਾਂਜੀ, ਤਦ ਚੇਲਿਆਂ ਨੇ ਸਮਝਿਆ ਜੋ ਉਹਨੇ ਸਾਡੇ ਨਾਲ ਯਹੂਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ। ਉਦੋਂ ਚੇਲਿਆਂ ਦੇ ਉੱਤੇ ਖੁਦਾ ਦਾ ਅਭਿਸ਼ੇਕ ਪਵਿੱਤਰ ਆਤਮਾ ਨਹੀਂ ਸੀ ਆਇਆ, ਉਹਨਾਂ ਨੂੰ ਪਵਿੱਤਰ ਆਤਮਾ ਨਹੀਂ ਸੀ ਮਿਲਿਆ। ਇਸ ਕਰਕੇ ਚੇਲੇ ਇਸ ਸਮੇਂ ਇਸ ਗੱਲ ਨੂੰ ਸਮਝ ਨਹੀਂ ਸਕੇ। ਔਰ ਲੇਕਿਨ ਜਦੋਂ ਆਪੇ ਅੱਗੇ ਜਾ ਕੇ ਫਿਰ ਯਹੂਨਾ ਆਪਣੇ ਬਾਰੇ ਖੁਦ ਗੱਲਾਂ ਕਰ ਰਿਹਾ, ਯਹੂਨਾ ਰਸੂਲ ਦੀ ਕਿਤਾਬ ਪੜ੍ਹਦੇ ਆ, 1 ਬਾਬ ਦੀ 21 ਤੋਂ 23 ਆ। ਯਹੂਨਾ ਆਪਣੇ ਬਾਰੇ ਕੀ ਕਹਿ ਰਿਹਾ ਦੇਖੋ, ਉਹਨਾਂ ਦਾ ਸ਼ੱਕ ਜੋ ਉਹਨੂੰ ਕਲੀਅਰ ਕਰ ਰਿਹਾ। ਯਹੂਨਾ ਦੀ ਕਿਤਾਬ 1 ਬਾਬ ਦੀ 21 ਤੋਂ 23 ਆ। ਪਰ ਸਾਡੇ ਵਿੱਚੋਂ ਕਈਆਂ ਤੀਵੀਆਂ ਨੇ ਯਹੂਨਾ 1 ਦੀ 21 ਤਾਂ ਉਹਨਾਂ ਨੇ ਉਸ ਤੋਂ ਪੁੱਛਿਆ, ਹਾਂਜੀ, ਯਹੂਨਾ ਨੂੰ ਪੁੱਛਿਆ। ਹਾਂਜੀ, ਫਿਰ ਕੀ ਤੂੰ ਏਲੀਆ ਹੈ? ਉਹ ਚੇਲੇ ਜਿਹੜੇ ਆ ਪ੍ਰਭੂ ਯਿਸੂ ਮਸੀਹ ਦੇ ਯਹੂਨਾ ਬਪਤਿਸਮਾ ਦੇਣ ਵਾਲੇ ਨੂੰ ਪੁੱਛਦੇ ਤੂੰ ਕੀ ਆ, ਏਲੀਆ? ਹਾਂਜੀ, ਉਸਨੇ ਆਖਿਆ, ਮੈਂ ਜੀ। ਨਹੀਂ ਹਾਂ। ਮੈਂ ਕਹਿੰਦਾ ਏਲੀਆ ਨਹੀਂ ਆ। ਭਲਾ ਤੂੰ ਉਹ ਨਬੀ ਹੈ? ਤਾਂ ਉਸਨੇ ਉੱਤਰ ਦਿੱਤਾ, ਨਹੀਂ। ਉਪਰੰਤ ਉਹਨਾਂ ਨੇ ਉਸ ਨੂੰ ਆਖਿਆ, ਫਿਰ ਤੂੰ ਕੌਣ ਹੈ? ਉਹ ਪੁੱਛਦੇ ਚੇਲੇ ਪ੍ਰਭੂ ਯਿਸੂ ਮਸੀਹ ਦਾ ਪੁੱਛਦੇ ਫਿਰ ਤੂੰ ਕੌਣ ਆ? ਜੇ ਅਗਰ ਤੂੰ ਏਲੀਆ ਨਹੀਂਗਾ ਤਾਂ ਫਿਰ ਕੌਣ ਆ ਤੂੰ? ਹਾਂਜੀ, ਤਾਂ ਜੋ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦਈਏ। ਤਾਂ ਜੋ ਕਹਿੰਦਾ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇ ਸਕੀਏ। ਤੂੰ ਆਪਣੇ ਵਿਖੇ ਕੀ ਆਖਦਾ ਹੈ? ਤੂੰ ਆਪਣੇ ਵਿਖੇ ਕੀ ਆਖਦਾ ਹੈ? ਉਸਨੇ ਯਹੂਨਾ ਕਿਹਾ, ਬਪਤਿਸਮਾ ਦੇਣ ਵਾਲੇ ਨੂੰ ਉਹਦੇ ਚੇਲੇ ਪ੍ਰਭੂ ਯਿਸੂ ਮਸੀਹ ਦੇ ਚੇਲੇ ਪੁੱਛਦੇ ਤੂੰ ਆਪਣੇ ਵਿਖੇ ਫਿਰ ਕੀ ਆਖਦਾ ਹੈ? ਹਾਂਜੀ, ਉਸਨੇ ਆਖਿਆ ਉਸਨੇ ਆਖਿਆ ਕਿ ਜਿਸ ਪ੍ਰਕਾਰ ਯਸ਼ਾਇਆ ਨਬੀ ਨੇ ਆਖਿਆ। ਜਿਸ ਪ੍ਰਕਾਰ ਯਸ਼ਾਇਆ ਨਬੀ ਨੇ, ਜਦੋਂ ਆਪਾਂ ਇਹ ਵਚਨ ਪੜ੍ਹਦੇ ਆ, ਪੜ੍ਹਨ ਦੀ ਲੋੜ ਨਹੀਂ, ਉਹ ਸੇਮ ਹੀ ਵਰਡ ਆ। ਇਹ 40 ਬਾਬ ਦੀ 3 ਹੈ। ਹਾਂਜੀ, ਦੇ ਵਿੱਚ ਆ। ਕੋਈ ਨੀ, ਇਹਨੂੰ ਕਰੋ। ਮੈਂ ਉਜਾੜ ਵਿੱਚ ਇੱਕ ਹੁੱਕਾ ਦੇਣ ਵਾਲੇ ਦੀ ਆਵਾਜ਼ ਹਾਂ, ਮੈਂ ਕਹਿੰਦਾ ਉਜਾੜ ਦੇ ਵਿੱਚ ਹੋਕਾ ਦੇਣ ਵਾਲਾ ਆ। ਹਾਂਜੀ, ਕਿ ਪ੍ਰਭੂ ਦਾ ਰਸਤਾ ਸਿੱਧਾ ਕਰੋ। ਇਹ ਪ੍ਰਭੂ ਦਾ ਰਸਤਾ ਮੈਂ ਸਿੱਧਾ ਤਿਆਰ ਕਰ ਰਿਹਾ ਹਾਂ। ਹਾਂਜੀ, ਅੱਗੇ ਠੀਕ ਆ। ਅਤੇ ਉਹ ਫਰੀਸੀਆਂ ਵੱਲੋਂ ਭੇਜੇ ਹੋਏ ਸਨ। ਉਹ ਕਹਿੰਦਾ ਪੱਕੀ ਫਰੀਸੀਆਂ ਵੱਲੋਂ ਵੀ ਭੇਜੇ ਹੋਏ ਸਨ। ਔਰ ਜਦੋਂ ਆਪਾਂ ਯਸ਼ਾਇਆ ਨਬੀ ਦੀ ਪੁਸਤਕ ਵਿੱਚ ਪੜ੍ਹਦੇ ਤਾਂ ਯਸ਼ਾਇਆ ਨਬੀ ਦੀ ਪੁਸਤਕ ਵਿੱਚ ਵੀ ਇਹੀ ਭਵਿੱਖਬਾਣੀ ਹੋਈ ਆ ਕਿ ਉਜਾੜ ਦੇ ਵਿੱਚ ਇੱਕ ਆਵਾਜ਼ ਪੁਕਾਰਦੀ ਆ ਕਿ ਪ੍ਰਭੂ ਯਿਸੂ ਮਸੀਹ ਦਾ ਰਾਹ ਸਿੱਧਾ ਕਰੋ, ਰਾਹ ਤਿਆਰ ਕਰੋ। ਔਰ ਯਹੂਨਾ ਬਪਤਿਸਮੇ ਵਾਲੇ ਨੇ ਬਿਲਕੁਲ ਇਸੇ ਤਰ੍ਹਾਂ ਹੀ ਕੀਤਾ। ਉਹ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ 6 ਮਹੀਨੇ ਉਹ ਵੱਡਾ ਸੀਗਾ ਔਰ ਉਹਨੇ ਆਣ ਕੇ ਪਵਿੱਤਰ ਲੋਕਾਂ ਨੂੰ ਯਹੂਨਾ ਬਪਤਿਸਮਾ ਨੇ ਸਭ ਤੋਂ ਪਹਿਲਾਂ ਬਪਤਿਸਮਾ ਦੇਣ ਵਾਲਾ ਉਹੀ ਬੰਦਾ ਸੀਗਾ ਔਰ ਉਹਨੇ ਬਪਤਿਸਮੇ ਦਿੱਤੇ। ਔਰ ਪ੍ਰਭੂ ਯਿਸੂ ਮਸੀਹ ਨੇ ਖੁਦ ਜਰਦਨ ਨਦੀ ਦੇ ਵਿੱਚ ਉਹਦੇ ਕੋਲੋਂ ਬਪਤਿਸਮਾ ਲਿਆ। ਉਹ ਕਹਿੰਦਾ ਮੈਂ ਤਾਂ ਤੇਰਾ ਚਸ਼ਮਾ ਖੋਲਣ ਦੇ ਵੀ ਲਾਇਕ ਨਹੀਂਗਾ, ਪਰ ਫਿਰ ਵੀ ਕਹਿੰਦਾ ਜਿੱਦਾਂ ਉਹ ਸ਼ਰੀਅਤ ਪੂਰੀ ਹੁੰਦੀ ਤੂੰ ਇਹਨੂੰ ਪੂਰਾ ਕਰ। ਔਰ ਬਹੁਤ ਅੱਗੇ ਜਾ ਕੇ ਹੋਰ ਵੀ ਸਾਨੂੰ ਪੁਆਇੰਟ ਮਿਲਦੇ ਆ। ਔਰ ਉਹਦੇ ਉੱਤੇ ਜ਼ਕਰਿਆ ਨਬੀ ਨੂੰ ਜਬਰਾਇਲ ਫਰਿਸ਼ਤੇ ਨੇ ਕਿਹਾ ਸੀ ਕਿ ਤੇਰੇ ਬੱਚੇ ਦੇ ਉੱਤੇ, ਤੇਰੇ ਬੇਟੇ ਦੇ ਉੱਤੇ, ਯਹੂਨਾ ਬਪਤਿਸਮਾ ਦੇਣ ਵਾਲੇ ਦੇ ਉੱਤੇ ਏਲੀਆ ਨਬੀ ਦਾ ਅਭਿਸ਼ੇਕ ਹੋਊਗਾ। ਔਰ ਉਹਦੇ ਦੁਆਰਾ ਬਹੁਤ ਅਜੀਬ ਔਰ ਅਚੰਭੇ ਕੰਮ ਹੋਇਆ। ਔਰ ਦੇਖੋ ਮਾਂ ਦੇ ਪੇਟ ਤੋਂ ਹੀ ਉਹ ਮਸਾ ਸੀਗਾ, ਉਹਨੂੰ ਪਵਿੱਤਰ ਆਤਮਾ ਮਾਂ ਦੇ ਪੇਟ ਤੋਂ ਹੀ ਮਿਲੇ ਸੀਗੇ। ਔਰ ਜਦੋਂ ਆਪਾਂ ਜਾ ਕੇ ਅੱਗੇ ਪੜ੍ਹਦੇ ਆ ਕਿ ਏਲੀਆ ਨੇ 2 ਵਾਰ ਆਉਣਾ ਹੈ। ਔਰ ਉਹ 2 ਵਾਰ ਕਿੱਦਾਂ ਆਉਣਾ? ਇੱਕ ਵਾਰ ਤਾਂ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਸਮੇਂ ਤੋਂ ਪਹਿਲਾਂ ਯਹੂਨਾ ਬਪਤਿਸਮਾ ਦੇਣ ਵਾਲਾ ਜਿਹੜਾ ਸੀਗਾ ਉਹ 6 ਮਹੀਨੇ ਵੱਡਾ ਸੀਗਾ। ਔਰ ਏਲੀਆ ਦਾ ਜਿਹੜਾ ਮਸਾ ਆ, ਏਲੀਆ ਦਾ ਜਿਹੜੀ ਸਾਮਰਥ ਹੈ, ਏਲੀਆ ਦਾ ਜਿਹੜਾ ਅਭਿਸ਼ੇਕ ਸੀਗਾ ਉਹ ਯਹੂਨਾ ਬਪਤਿਸਮਾ ਦੇਣ ਵਾਲੇ ਦੇ ਵਿੱਚ ਸੀਗਾ। ਇਸ ਕਰਕੇ ਇੱਕ ਵਾਰ ਉਦੋਂ ਆ ਗਿਆ। ਔਰ ਦੂਸਰੀ ਵਾਰ ਏਲੀਆ ਨਬੀ ਨੇ ਹੁਣ ਨਿਆਂ ਦੇ ਦਿਨ ਆਉਣਾ ਹੈ। ਔਰ ਇਹਦਾ ਜ਼ਿਕਰ ਆਪਾਂ ਜਦੋਂ ਪ੍ਰਕਾਸ਼ਿਤ ਵਾਕਿਆ 11 ਬਾਬ
ਦੀ 3 ਤੋਂ 6 ਪੜ੍ਹਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਜ਼ਿਕਰ ਮਿਲਦਾ ਕਿ 2 ਗਵਾਹਾਂ ਦੇ ਵਿੱਚ ਉਹਨੇ ਇਸ ਤਰ੍ਹਾਂ ਕਰਕੇ ਹੋਣਾ ਹੈ। ਔਰ ਮੇਰੇ ਅਜ਼ੀਜ਼ੋ 2800 ਸਾਲਾਂ ਤੋਂ ਯਹੂਦੀ ਲੋਕ ਆਪਣੇ ਮਸਾਇਆ ਨੂੰ ਉਡੀਕ ਰਹੇ ਹਨ। ਅੱਜ ਉਹਨਾਂ ਨੂੰ ਵੇਟ ਕਰਦੇ 2800 ਸਾਲ ਹੋ ਗਏ ਹਨ, ਪਰ ਉਹ ਅਜੇ ਤੱਕ ਉਹਨਾਂ ਦੇ ਜਿਹੜੇ ਸਮਝ ਦੇ ਉੱਤੇ ਪੜਦਾ ਪਿਆ ਹੈ। ਜਦੋਂ ਆਪਾਂ ਰੂਮੀਆਂ ਦੀ ਪੁਸਤਕ 11 ਬਾਬ ਪੜ੍ਹਦੇ ਹਾਂ ਉਹਦੇ ਵਿੱਚ ਆਉਂਦਾ ਜ਼ਿਕਰ ਉਹਨਾਂ ਦੀ ਅਕਲ ਦੇ ਉੱਤੇ ਪੜਦਾ ਪਿਆ ਹੈ। ਉਹਨਾਂ ਦੇ ਜਿਹੜੇ ਕੰਨ ਆ ਉਹ ਇਸ ਗੱਲ ਨੂੰ ਸਮਝਦੇ ਨੇਗੇ ਕਿ ਪ੍ਰਭੂ ਯਿਸੂ ਮਸੀਹ ਹੀ ਇਸ ਦੁਨੀਆ ਦਾ ਮੁਕਤੀਦਾਤਾ ਉਧਾਰ ਕਰਤਾ ਪਰਮੇਸ਼ਰ ਉਹੀ ਮਸਾਇਆ ਆ, ਲੇਕਿਨ ਅੱਜ ਵੀ ਉਹਨੂੰ ਉਹ ਉਡੀਕ ਰਹੇ ਹਨ। ਔਰ ਮੇਰੇ ਅਜ਼ੀਜ਼ੋ ਤੁਸੀਂ ਆਪਣੇ ਆਪ ਨੂੰ ਤਿਆਰ ਕਰਨਾ ਹੈ, ਖੁਦਾ ਦੀ ਪਾਕ ਦੁਲਹਨ ਬਣ ਜਾਣਾ ਹੈ, ਤਾਂ ਜੋ ਤੁਸੀਂ ਉਸ ਭੈ ਦਾ ਇੱਕ ਦਿਨ ਤੋਂ, ਉਸ ਮਹਾ ਕਸ਼ਟ ਤੋਂ, ਉਸ ਟ੍ਰਿਬੂਲੇਸ਼ਨ ਪੀਰੀਅਡ ਤੋਂ, ਮਹਾ ਸੰਕਟ ਤੋਂ ਬਚਾਏ ਜਾਵੋ। ਔਰ ਆਪਣੇ ਬੱਚਿਆਂ ਲਈ ਵੀ ਦੁਆਵਾਂ ਕਰਿਆ ਕਰੋ ਕਿ ਅਸੀਂ ਸਾਰੇ ਜਿਹੜੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵੀ ਹਨ ਉਹ ਵੀ ਇਸ ਦਿਨ ਨੂੰ ਨਾ ਦੇਖਣ। ਜਿਹੜੇ ਲੋਕ ਆਪਣੇ ਆਪ ਨੂੰ ਤਿਆਰ ਕਰ ਲੈਣਗੇ, ਖੁਦਾ ਦੀ ਪਾਕ ਦੁਲਹਨ ਬਣ ਜਾਣਗੇ, ਉਹੀ ਉਸ ਭੈ ਦਾ ਇੱਕ ਦਿਨ ਤੋਂ ਉਹੀ ਬਚ ਸਕਦੇ ਹਨ, ਨਹੀਂ ਤਾਂ ਹੋਰ ਕੋਈ ਬਚਣ ਦਾ ਕੋਈ ਚਾਂਸ ਨਹੀਂ ਗਾ। ਔਰ ਪ੍ਰਭੂ ਯਿਸੂ ਮਸੀਹ ਹੀ ਹੈ ਜਿਹੜੇ ਲੋਕ ਤੌਬਾ ਕਰਨਗੇ, ਬਪਤਿਸਮਾ ਲੈਣਗੇ, ਪਵਿੱਤਰ ਆਤਮਾ ਦਾ ਦਾਨ ਪਾਣਗੇ, ਉਹੀ ਲੋਕ ਬਚਾਏ ਜਾਣਗੇ, ਹੋਰਾਂ ਦੇ ਕੋਲ ਕੋਈ ਚਾਂਸ ਨਹੀਂਗਾ। ਔਰ ਬਹੁਤ ਜ਼ਿਆਦਾ ਇਸ ਦੇ ਉੱਤੇ ਅੱਜ ਕੱਲ੍ਹ ਰਿਸਰਚ ਹੋ ਰਹੀ ਆ। ਹਰ ਇਨਸਾਨ ਦੁਨੀਆ ਦੇ ਕੋਲ ਸਭ ਕੁਝ, ਹਰ ਤਰ੍ਹਾਂ ਦੀਆਂ ਸਹੂਲਤਾਂ ਹੈ, ਸੋਨਾ ਚਾਂਦੀ ਰੁਪਇਆ ਪੈਸਾ ਧਨ ਦੌਲਤ ਬਹੁਤ ਕੁਛ ਆ, ਲੇਕਿਨ ਉਹਨਾਂ ਦੇ ਕੋਲ ਸ਼ਾਂਤੀ ਨਹੀਂ ਹੈ। ਔਰ ਸ਼ਾਂਤੀ ਜਿਹੜੀ ਆ ਉਹ ਸਿਰਫ ਪ੍ਰਭੂ ਯਿਸੂ ਮਸੀਹ ਦੇ ਕੋਲ ਆ, ਕਿਉਂਕਿ ਪ੍ਰਭੂ ਯਿਸੂ ਮਸੀਹ ਹੀ ਸ਼ਾਂਤੀ ਦਾ ਰਾਜਕੁਮਾਰ ਹੈ। ਔਰ ਪ੍ਰਭੂ ਯਿਸੂ ਮਸੀਹ ਅੱਜ ਹਰ ਬੰਦੇ ਨੂੰ ਕਹਿ ਰਿਹਾ ਕਿ ਦੇਖ ਮੈਂ ਤੇਰੇ ਦਿਲ ਦੇ ਦਰਵਾਜ਼ੇ ਤੇ ਖੜਾ ਖਟਖਟਾਉਂਦਾ ਹਾਂ। ਜੇਕਰ ਅੱਜ ਤੁਸੀਂ ਮੇਰੇ ਲਈ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲੋ ਔਰ ਮੇਰੇ ਆਵਾਜ਼ ਨੂੰ ਸੁਣੋ, ਮੈਂ ਤੁਹਾਡੇ ਦਿਲ ਵਿੱਚ ਆ ਕੇ ਵਸਾਂਗਾ, ਤੁਹਾਡੇ ਨਾਲ ਭੋਜਨ ਛਕਾਂਗਾ। ਹੋਰ ਕੋਈ ਦੁਨੀਆ ਦਾ ਐਸਾ ਪੀਰ ਪੈਗੰਬਰ ਨਹੀਂ, ਐਸਾ ਕੋਈ ਲੋਕ ਨਹੀਂ ਜਿਹੜਾ ਕੋਈ ਗੁਰੂ ਆਮ ਪਬਲਿਕ ਨੂੰ ਕਹੇ, ਸਾਰੇ ਲੋਕਾਂ ਨੂੰ ਕਹੇ ਕਿ ਹੇ ਦੁਨੀਆ ਦੇ ਥੱਕੇ ਮੰਦੇ ਹੋਏ, ਬੋਝ ਦੇ ਮਾਰੇ ਹੋਏ ਲੋਕੋ, ਤੁਸੀਂ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ, ਮੈਂ ਤੁਹਾਨੂੰ ਉਹ ਸ਼ਾਂਤੀ ਦਿਆਂਗਾ ਜੋ ਇਸ ਸੰਸਾਰ ਦੇ ਦੇ ਸਕਦਾ। ਔਰ ਸੁੱਖ ਔਰ ਸ਼ਾਂਤੀ ਜਿਹੜੀ ਆ ਉਹ ਪ੍ਰਭੂ ਯਿਸੂ ਮਸੀਹ ਵੱਲੋਂ ਹੀ ਹੈ, ਕਿਉਂਕਿ ਖੁਦਾ ਦੇ ਪਾਕ ਕਲਾਮ 'ਚ ਲਿਖਿਆ ਕਿ ਤੌਬਾ ਕਰੋ ਤੇ ਮੁੜੋ ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਤੇ ਪ੍ਰਭੂ ਦੇ ਹਜ਼ੂਰੋਂ ਸੁੱਖ ਔਰ ਸ਼ਾਂਤੀ ਦੇ ਦਿਨ ਹੋਣ। ਔਰ ਅੱਜ ਕੱਲ੍ਹ ਇਨਸਾਨ ਦੇ ਕੋਲ ਬਹੁਤ ਕੁਛ ਆ, ਲੇਕਿਨ ਉਹਦੇ ਕੋਲ ਸੁੱਖ ਔਰ ਸ਼ਾਂਤੀ ਬਿਲਕੁਲ ਵੀ ਨਹੀਂ ਹੈ। ਔਰ ਸਾਨੂੰ ਸੁੱਖ ਔਰ ਸ਼ਾਂਤੀ ਜਿਹੜੀ ਆ ਉਹ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਹੀ ਮਿਲ ਸਕਦੀ ਹੈ। ਔਰ ਤੁਸੀਂ ਹਰ ਰੋਜ਼ ਜਦੋਂ ਦੁਆ ਕਰਨੀ ਆ ਤੇ ਤੁਸੀਂ ਇਹੀ ਕਹਿਣਾ ਕਿ ਆ ਪ੍ਰਭੂ ਸਾਨੂੰ ਉਸ ਭੈ ਦਾ ਦਿਨ ਤੋਂ, ਉਸ ਮਹਾਕਲੇਸ਼ ਤੋਂ, ਉਸ ਮਹਾ ਸੰਕਟ ਦੇ ਦਿਨ ਤੋਂ ਸਾਨੂੰ ਬਚਾ ਕੇ ਰੱਖਣਾ। ਔਰ ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਉਧਾਰ ਕਰਤਾ ਪਰਮੇਸ਼ਰ ਕਬੂਲ ਕਰ ਲੈਣਗੇ, ਉਹ ਲੋਕ ਹੀ ਬਚਾਏ ਜਾਣਗੇ। ਹੋਰਾਂ ਦੇ ਲੋਕਾਂ ਦੇ ਕੋਲ ਹੋਰ ਕੋਈ ਇਹੋ ਜਿਹਾ ਹੈ ਨਹੀਂ ਧਰਮ ਜਿਹੜਾ ਸਾਨੂੰ ਸਵਰਗ ਰਾਜ ਦੇ ਵਿੱਚ ਲੈ ਕੇ ਜਾ ਸਕਦਾ। ਸੋ ਇਹਨਾਂ ਬੱਚਿਆਂ ਦੇ ਨਾਲ ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ। ਆਈਏ ਅਸੀਂ ਖੁਦਾ ਦੇ ਦਾਸ ਨਾਲ ਮਿਲ ਕੇ ਪ੍ਰਾਰਥਨਾ ਕਰਾਂਗੇ।